ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। BSH ਨਿਊਜ਼ ਪੁਆਇੰਟ ਵਿੱਚ ਸਾਰਿਆਂ ਦਾ ਸਵਾਗਤ ਹੈ। ਮੈਂ ਕੁਲਦੀਪ ਸਿੰਘ ਇੱਕ ਨਵੇਂ ਮੁੱਦੇ ਦੇ ਨਾਲ। ਮੁੱਦਾ ਕੀ ਹੈ? ਮੀਡੀਅਮ ਵਰਗ, ਮੱਧਮ ਵਰਗ ਪਰਿਵਾਰ ਕਿਉਂ ਪਿਸ ਰਹੇ ਹਨ ਕੋਰੋਨਾ ਦੀ ਇਸ ਮਹਾਮਾਰੀ ਦੇ ਦੌਰ ਵਿੱਚ। ਕਰਦੇ ਹਾਂ ਸ਼ੁਰੂ। ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਸਭ ਤੋਂ ਵੱਧ ਤੰਗ ਅਤੇ ਪਰੇਸ਼ਾਨ ਜੋ ਵਰਗ ਹੋਇਆ ਹੈ ਉਹ ਮੱਧਮ ਵਰਗੀ ਪਰਿਵਾਰ ਹੀ ਹਨ। ਕਿਉਂ? ਕਿਉਂਕਿ 62,000 ਕਰੋੜ ਰੁਪਈਆ ਕਰਜ਼ਾ ਵੱਡੇ ਕਾਰੋਬਾਰੀਆਂ ਦਾ ਵੱਟੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ। ਮਜ਼ਦੂਰ ਵਰਗ ਜਦੋਂ ਤੰਗ ਪਰੇਸ਼ਾਨ ਹੋ ਕੇ ਸੜਕਾਂ 'ਤੇ ਆਉਂਦਾ ਹੈ ਤਾਂ ਸਰਕਾਰ ਉਹਨਾਂ ਨੂੰ ਘਰਾਂ ਤੱਕ ਛੱਡਣ ਦਾ ਉਪਰਾਲਾ ਕਰਦੀ ਹੈ। ਬਟ ਮੱਧਮ ਵਰਗ ਵਾਸਤੇ ਸਰਕਾਰ ਨੇ 1 ਰੁਪਈਏ ਦੀ ਵੀ ਮਦਦ ਨਹੀਂ ਕੀਤੀ, ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਅਤੇ ਭਾਵੇਂ ਉਹ ਪੰਜਾਬ ਦੀ ਸਰਕਾਰ ਹੋਵੇ ਅਤੇ ਭਾਵੇਂ ਕਿਸੇ ਹੋਰ ਸਟੇਟ ਦੀ ਸਰਕਾਰ ਹੋਵੇ। ਕੋਰੋਨਾ ਮਹਾਮਾਰੀ ਅਸਲ ਵਿੱਚ ਸਾਰੀਆਂ ਸਟੇਟਾਂ ਅਤੇ ਕੇਂਦਰ ਸਰਕਾਰ ਨੂੰ ਸੂਟ ਕਰ ਰਹੀ ਹੈ। ਕਿਵੇਂ? ਇਸ ਤਰ੍ਹਾਂ ਕਿ ਨਾ ਤਾਂ ਕੋਈ ਪ੍ਰੋਸੈਸ਼ਨ ਕਰ ਸਕਦਾ ਹੈ, ਨਾ ਕੋਈ ਵਿਖਾਵੇ ਕਰ ਸਕਦਾ ਹੈ, ਅਤੇ ਜੇ ਕੁਝ ਹੋ ਰਿਹਾ ਹੈ ਤਾਂ ਉਹ ਇਹ ਹੋ ਰਿਹਾ ਹੈ ਕਿ ਸਰਕਾਰਾਂ ਦੀਆਂ ਨਾਕਾਮੀਆਂ ਇਸ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਪੂਰੀ ਤਰ੍ਹਾਂ ਛੁਪ ਕੇ ਰਹਿ ਗਈਆਂ ਹਨ। ਜਿੰਨੇ ਵੀ ਤਮਾਮ ਵੱਡੇ ਮੁੱਦੇ, ਉਹ ਭਾਵੇਂ GST ਨਾਲ ਰਿਲੇਟਡ ਮੁੱਦਾ ਹੋਵੇ, ਭਾਵੇਂ ਉਹ ਬੇਰੁਜ਼ਗਾਰੀ ਨਾਲ ਰਿਲੇਟਡ ਮੁੱਦਾ ਹੋਵੇ, ਭਾਵੇਂ ਉਹ ਮਹਿੰਗਾਈ ਨਾਲ ਰਿਲੇਟਡ ਮੁੱਦਾ ਹੋਵੇ, ਭਾਵੇਂ ਤੇਲ ਦੀਆਂ ਨਿੱਤ ਵੱਧਦੀਆਂ ਕੀਮਤਾਂ ਨਾਲ ਰਿਲੇਟਡ ਹੋਵੇ, ਇਹ ਸਾਰੇ ਮੁੱਦੇ ਠੰਡੇ ਪੈ ਗਏ ਹਨ। ਹੁਣ ਅਸੀਂ ਗੱਲ ਕਰਦੇ ਹਾਂ ਕਿ ਮੱਧਮ ਵਰਗੀ ਪਰਿਵਾਰ ਹੀ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਦੇ ਅਣਗੌਲੇਪਣ ਦਾ ਸ਼ਿਕਾਰ ਕਿਉਂ ਹੋਏ ਹਨ। ਬੜੀ ਸਿੱਧੀ ਜੀ ਗੱਲ ਹੈ। ਜਿੰਨੀਆਂ ਵੀ ਇਹ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਦੇ ਜਿਹੜੇ ਲੀਡਰ ਨੇ, ਰਾਜਨੀਤਿਕ ਪਾਰਟੀਆਂ ਕੋਲ ਕਮਾਈ ਦਾ ਕੀ ਜ਼ਰੀਆ? ਸੋਚੋ ਇਸ ਗੱਲ ਨੂੰ। ਕੋਈ ਜ਼ਰੀਆ ਨਹੀਂ। ਜ਼ਰੀਆ ਇਹ ਹੈ ਕਿ ਜਿਹੜੇ ਵੱਡੇ ਧਨਾਢ ਲੋਕ ਨੇ ਜਾਂ ਕਾਰਪੋਰੇਟਸ ਨੇ, ਉਹ ਕੀ ਕਰਦੇ ਨੇ? ਉਹ ਇਹਨਾਂ ਕੰਪਨੀਆਂ ਨੂੰ ਵੱਡੇ ਚੰਦੇ ਦਿੰਦੇ ਨੇ, ਜਿਨ੍ਹਾਂ ਨੂੰ ਇਹ ਪਾਰਟੀਆਂ ਜਨਤਕ ਤੌਰ 'ਤੇ ਜ਼ਾਹਰ ਕਰਨ ਵਾਸਤੇ ਵੀ ਤਿਆਰ ਨਹੀਂ ਹੁੰਦੀਆਂ। ਇਸ ਵਾਸਤੇ ਬਕਾਇਦਾ ਤੌਰ 'ਤੇ ਸੰਸਦ ਵਿੱਚ ਮਤੇ ਪਾਸ ਕਰ ਲਏ ਜਾਂਦੇ ਹਨ। ਦੇਖੋ ਕਿੱਡੀ ਵੱਡੀ ਗੱਲ ਹੈ। ਹੁਣ ਇਸ ਕਰਕੇ ਜਿਹੜੇ ਉਹ ਧਨਾਢ ਵਰਗ ਹੈ, ਜਿਹੜਾ ਉਹ ਕਾਰਪੋਰੇਟ ਵਰਗ ਹੈ, ਉਹਦੇ ਹਿੱਤਾਂ ਦੀ ਰਾਖੀ ਕਰਨੀ ਸਰਕਾਰ ਦਾ ਫਰਜ਼ ਬਣ ਜਾਂਦਾ ਹੈ, ਪਾਰਟੀਆਂ ਦਾ ਫਰਜ਼ ਬਣ ਜਾਂਦਾ ਹੈ। ਕਿਉਂ ਬਣ ਜਾਂਦਾ ਹੈ? ਕਿਉਂਕਿ ਪੈਸਾ ਤਾਂ ਉੱਥੋਂ ਆ ਰਿਹਾ। ਹੁਣ ਦੂਜੇ ਪਾਸੇ ਆ ਜਾਓ, ਵੋਟਾਂ ਦੀ ਵੀ ਲੋੜ ਹੈ ਸਰਕਾਰ ਬਣਾਉਣ ਵਾਸਤੇ। ਤਾਂ ਵੋਟਾਂ ਵਾਸਤੇ ਸਭ ਤੋਂ ਵੱਡਾ ਵਰਗ ਜਿਹੜਾ ਵੋਟਾਂ ਪਾਉਂਦਾ ਹੈ ਉਹ ਸਭ ਤੋਂ ਹੇਠਲਾ ਵਰਗ ਹੈ, ਜਿਹੜਾ ਗਰੀਬੀ ਰੇਖਾ ਤੋਂ ਮਾੜਾ ਮੋਟਾ ਉੱਪਰ ਜਾਂ ਮਾੜਾ ਮੋਟਾ ਹੇਠਾਂ। ਮਜ਼ਦੂਰ ਵਰਗ ਹੈ, ਲੇਬਰ ਕਲਾਸ ਹੈ, ਸਲਮ ਕਲੋਨੀਆਂ ਵਿੱਚ ਰਹਿਣ ਵਾਲੇ ਲੋਕ ਨੇ। ਇਹ ਲੋਕ ਤਾਬੜਤੋੜ ਵੋਟਾਂ ਪਾਉਂਦੇ ਨੇ, ਅਤੇ ਜਦੋਂ ਇਹਨਾਂ ਉੱਪਰ ਕੋਈ ਪਰੇਸ਼ਾਨੀ ਆਵੇ ਤਾਂ ਇਹ ਲੋਕ ਮੁਖਰ ਹੋ ਕੇ ਰੋਸ ਪ੍ਰਦਰਸ਼ਨ ਦਿਖਾਵੇ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ, ਭਾਵੇਂ ਉਹ ਕਿਹੋ ਜਿਹਾ ਵੀ ਮਾਹੌਲ ਕਿਉਂ ਨਾ ਹੋਵੇ। ਆਪਾਂ ਕਰੋਨਾ ਮਹਾਮਾਰੀ ਦੀ ਗੱਲ ਕਰਦੇ ਹਾਂ। ਕਰੋਨਾ ਮਹਾਮਾਰੀ ਦੇ ਇਸ ਜਿਹੜਾ ਮਹਾਮਾਰੀ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਰੋਸ ਵਿਖਾਵੇ ਕਰਨ ਵਾਸਤੇ ਬਾਹਰ ਆਇਆ ਤਾਂ ਉਹ ਮਜ਼ਦੂਰ ਵਰਗ ਸੀ। ਇਹ 'ਚ ਕੋਈ ਸ਼ੱਕ ਨਹੀਂ ਕਿ ਮਜ਼ਦੂਰ ਵਰਗ ਸਭ ਤੋਂ ਜ਼ਿਆਦਾ ਤਰਸਤ ਹੋਇਆ। ਉਹਦੇ ਰੋਟੀ ਰੋਜੀ ਦੇ ਲਾਲੇ ਜਦੋਂ ਪੈ ਗਏ ਤਾਂ ਉਹ ਘੱਟੋ ਘੱਟ ਸੜਕ 'ਤੇ ਆਇਆ। ਉਹ ਆਪਣੇ ਸਟੇਟਾਂ ਵਿੱਚ ਜਾਣ ਵਾਸਤੇ ਤਿਆਰ ਹੋਇਆ। ਉਹ ਪੈਦਲ ਤੁਰਿਆ। ਉਹਨਾਂ ਦੀਆਂ ਮੌਤਾਂ ਵੀ ਹੋਈਆਂ, ਉਹਨਾਂ ਨਾਲ ਬਹੁਤ ਦੁਖਦਾਈ ਕੰਮ ਵੀ ਹੋਏ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦਾ ਹੱਲ ਕਰਨਾ ਪ੍ਰਾਇਰਟੀ ਸਰਕਾਰਾਂ ਦੀ ਹੋਣੀ ਚਾਹੀਦੀ ਸੀ, ਪਰ ਉਹ ਉਦੋਂ ਕੀਤੀ ਗਈ ਜਦੋਂ ਸੜਕਾਂ 'ਤੇ ਆਏ। ਕਿਉਂ? ਕਿਉਂਕਿ ਉਹਨਾਂ ਦੀਆਂ ਵੋਟਾਂ ਨੇ। ਹੁਣ ਮੱਧਮ ਵਰਗੀ ਪਰਿਵਾਰ ਦੀ ਗੱਲ ਕਰਦੇ ਹਾਂ। ਮੱਧਮ ਵਰਗੀ ਪਰਿਵਾਰ ਡਰਾਇੰਗ ਰੂਮ ਵਿੱਚ ਬੈਠ ਕੇ ਗੱਲਾਂ ਕਰ ਸਕਦਾ, TV ਦੀ ਨਿਊਜ਼ ਦੇਖ ਕੇ ਸਰਕਾਰ ਦੀ ਨਿਖੇਧੀ ਕਰ ਸਕਦਾ, ਬਟ ਪ੍ਰੋਸੈਸ਼ਨ ਨਹੀਂ ਕਰ ਸਕਦਾ, ਰੋਸ ਵਿਖਾਵੇ ਦੇ ਵਿੱਚ ਬਾਹਰ ਨਹੀਂ ਆ ਸਕਦਾ। ਦੂਜੀ ਵੱਡੀ ਗੱਲ ਇਹ ਹੈ ਕਿ ਮੱਧਮ ਵਰਗੀ ਪਰਿਵਾਰ ਦੀ ਵੋਟਾਂ ਦਾ ਅੰਕੜਾ ਜੇਕਰ ਕੱਢਿਆ ਜਾਵੇ, ਦੇਸ਼ ਵਿੱਚ 135 ਕਰੋੜ ਦੀ ਆਬਾਦੀ ਹੈ। ਉਹਨਾਂ ਦੇ ਵਿੱਚੋਂ ਮੱਧਮ ਵਰਗੀ ਪਰਿਵਾਰ ਦੀ ਵੋਟ ਕਿੰਨੀ ਕੁ ਹੈ? 4-5 ਕਰੋੜ। ਹੁਣ ਇਸ ਵੋਟ ਤੋਂ ਸਰਕਾਰ ਨੇ ਕੀ ਲੈਣਾ ਦੇਣਾ ਹੈ? ਸਰਕਾਰ ਨੂੰ ਇਹਨਾਂ ਵੋਟਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ, ਕਿਉਂਕਿ ਸਰਕਾਰਾਂ ਬਣਾਉਣ ਵਾਲੇ ਜਿਹੜੇ ਲੋਕ ਨੇ ਉਹ ਤਾਂ ਕੋਈ ਹੋਰ ਨੇ। ਫਿਰ ਇਸ ਮੱਧਮ ਵਰਗੀ ਪਰਿਵਾਰ ਨੂੰ ਸਰਕਾਰ ਕਿਉਂ ਪੁੱਛੇਗੀ? ਇਸ ਮੱਧਮ ਵਰਗੀ ਪਰਿਵਾਰ 'ਤੇ ਸਭ ਤੋਂ ਵੱਧ ਟੈਕਸ ਲਗਾਏ ਜਾ ਸਕਦੇ ਨੇ। ਇਸ ਮੱਧਮ ਵਰਗੀ ਪਰਿਵਾਰ ਦੇ ਵਿੱਚੋਂ ਸਾਰਾ ਸਰਕਾਰੀ ਕਰਮਚਾਰੀ ਅਮਲਾ ਵੀ ਆਉਂਦਾ।
ਉਹ ਵੀ ਮੱਧਮ ਵਰਗੀ ਨੇ। ਉਹ ਕੋਈ ਬੜੇ ਹਾਈਲੀ ਰਿਚ ਜਾਂ ਧਨਾੜ ਜਾਂ ਉੱਚ ਮੱਧਮ ਵਰਗੀ ਕੈਟਾਗਰੀ ਵਿੱਚ ਵੀ ਨਹੀਂ ਆਉਂਦੇ। ਅਫਸਰਸ਼ਾਹੀ ਜ਼ਰੂਰ ਆਉਂਦੀ ਹੈ। ਕਈ ਤਰੀਕੇ ਨਾਲ ਜਿਹੜੀਆਂ ਇਹ ਸਰਕਾਰਾਂ ਨੇ ਇਹ ਮੱਧਮ ਵਰਗੀ ਪਰਿਵਾਰਾਂ ਨੂੰ ਹੀ ਟਾਰਗੇਟ ਕਰਦੀਆਂ। ਦੇਖੋ, ਜੇ ਬਿਜਲੀ ਦੇ ਰੇਟ ਨਹੀਂ ਘਟਾਏ ਗਏ ਪੰਜਾਬ ਦੇ ਵਿੱਚ ਜਾਂ ਸੈਂਟਰ ਵੱਲੋਂ ਕਿਸੇ ਤਰੀਕੇ ਦੀ ਕੋਈ ਢਿੱਲ ਨਹੀਂ ਦਿੱਤੀ ਗਈ, ਕੋਈ ਛੋਟ ਨਹੀਂ ਦਿੱਤੀ ਗਈ, ਤਾਂ ਮੱਧਮ ਵਰਗੀ ਪਰਿਵਾਰ ਵਾਸਤੇ ਜੇ ਬੈਂਕਾਂ ਦੇ ਵਿੱਚ ਜਿਹੜੇ ਤੁਹਾਡੇ ਕਰਜ਼ੇ ਸੀ ਉਹਨਾਂ ਦੇ ਉੱਪਰ 6 ਮਹੀਨੇ ਤੱਕ ਤੁਹਾਨੂੰ ਇਹ ਛੋਟ ਤਾਂ ਦੇ ਦਿੱਤੀ ਗਈ ਕਿ ਤੁਸੀਂ ਇਸ ਦੀਆਂ ਕਿਸ਼ਤਾਂ ਨਾ ਭਰੋ, ਬਟ ਜਿਹੜੀਆਂ ਉਹ ਕਿਸ਼ਤਾਂ ਨਹੀਂ ਤੁਸੀਂ ਭਰ ਰਹੇ ਉਸ ਪੈਸੇ ਦੇ ਉੱਪਰ ਵੀ ਵਿਆਜ ਲੱਗਣਾ। ਮਤਲਬ ਜਿਹੜੀਆਂ ਉਹ ਤੁਸੀਂ ਕਿਸ਼ਤਾਂ ਭਰ ਰਹੇ ਹੋ ਉਹਦੇ ਵਿੱਚ ਵੀ ਇੱਕ ਵੱਡਾ ਹਿੱਸਾ ਵਿਆਜ ਦੇ ਰੂਪ ਵਿੱਚ ਬੈਂਕਾਂ ਨੂੰ ਜਾਂਦਾ ਹੈ। ਹੁਣ ਉਸ ਵਿਆਜ ਦੇ ਉੱਪਰ ਤੁਸੀਂ ਫਰਦਰ ਵਿਆਜ ਭਰ ਰਹੇ ਹੋ। MSME ਦੀ ਗੱਲ ਕਰਦੀ ਹੈ ਸਰਕਾਰ। MSME ਨੂੰ ਸਰਕਾਰ ਨੇ ਦਿੱਤਾ ਕੀ ਹੈ? ਲੋਨ। ਪਹਿਲਾਂ ਹੀ ਜਿਹੜੇ MSMEs ਕਰਜ਼ਾ ਲੈ ਕੇ ਜਾਂ ਲਿਮਟਾਂ ਲੈ ਕੇ ਕਿਸੇ ਤਰੀਕੇ ਨਾਲ ਆਪਣਾ ਕੰਮਕਾਰ ਚਲਾ ਰਹੇ ਸੀ, ਹੁਣ ਫੈਕਟਰੀਆਂ ਬੰਦ ਹੋ ਗਈਆਂ। ਕਾਫੀ ਸਮੇਂ ਫੈਕਟਰੀਆਂ ਉਹਨਾਂ ਦੀਆਂ ਬੰਦ ਰਹੀਆਂ, ਹੁਣ ਚਾਲੂ ਕੀਤੀਆਂ ਗਈਆਂ। ਹੁਣ ਲੋਕਡਾਊਨ ਹੌਲੀ ਹੌਲੀ ਖੁੱਲ੍ਹ ਰਿਹਾ, ਬਟ ਜਿਹੜਾ ਉਹ ਸਮਾਂ ਜਿਸ ਦੌਰਾਨ ਉਹ ਫੈਕਟਰੀਆਂ ਬੰਦ ਰਹੀਆਂ ਉਸ ਦਾ ਵੀ ਬਿੱਲ ਬਿਜਲੀ ਦਾ ਉਹ ਵੀ ਐਵਰੇਜ ਉਹਨਾਂ ਨੇ ਭਰਿਆ। ਪ੍ਰੋਪਰਟੀ ਟੈਕਸ ਉਹਨਾਂ ਦਾ ਮਾਫ ਨਹੀਂ ਹੋਇਆ, ਇਨਕਮ ਟੈਕਸ ਉਹਨਾਂ ਨੇ ਭਰਨਾ ਹੀ ਭਰਨਾ, ਬਿਜਲੀ ਉਹਨਾਂ ਨੇ ਭਰਨੀ ਹੈ, ਪਾਣੀ ਦੇ ਬਿੱਲ ਉਹਨਾਂ ਨੇ ਭਰਨੇ ਹੈ, GST ਉਹਨਾਂ ਨੇ ਭਰਨੀ ਹੈ। ਅਤੇ ਛੂਟ ਕਿਸ ਗੱਲ ਦੀ ਦਿੱਤੀ ਗਈ ਹੈ? ਇਹੀ ਗੱਲ ਤੁਸੀਂ ਆ ਜਾਓ ਹੁਣ ਦੁਕਾਨਾਂ 'ਤੇ, ਕਾਰੋਬਾਰੀਆਂ 'ਤੇ, ਜਿੰਨੇ ਵੀ ਸ਼ੋਅਰੂਮ, ਬੂਥ, ਛੋਟੀਆਂ ਦੁਕਾਨਾਂ, ਵੱਡੀਆਂ ਦੁਕਾਨਾਂ, ਤਮਾਮ 2 ਮਹੀਨੇ ਤਾਂ ਲਾਕਡਾਊਨ ਵਿੱਚ ਪੂਰੀ ਤਰ੍ਹਾਂ ਬੰਦ ਰਹੀਆਂ। ਹੁਣ ਵੀ ਹਾਲਾਤ ਇਹ ਨੇ ਕਿ ਕਾਫੀ ਸਮੇਂ ਤੱਕ ਦੁਕਾਨਾਂ ਜਿਹੜੀਆਂ ਮਤਲਬ ਪੂਰੀ ਖੁੱਲ੍ਹ ਹਾਲ ਤੱਕ ਨਹੀਂ ਮਿਲੀ। ਦੁਕਾਨਾਂ ਨਾਈਟ ਟਾਈਮ ਤਾਂ ਬਿਲਕੁਲ ਬੰਦ ਹੀ ਰਹਿੰਦੀਆਂ ਨੇ। ਇਹਨਾਂ ਨੂੰ ਵੀ ਐਵਰੇਜ ਦੇ ਬਿੱਲ ਦਿੱਤੇ ਗਏ ਸ਼ੋਅਰੂਮਾਂ ਨੂੰ, ਔਰ ਐਵਰੇਜ ਦੇ ਬਿੱਲ ਵੀ ਆਮ ਨਾਲੋਂ ਜ਼ਿਆਦਾ ਦਿੱਤੇ ਗਏ। ਬਿਜਲੀ ਦੇ ਬਿੱਲ ਭਰਨੇ ਇਹਨਾਂ ਦੀ ਮਜਬੂਰੀ ਹੈ, ਕਿਉਂਕਿ ਜੇ ਬਿਜਲੀ ਦੇ ਬਿੱਲ ਨਹੀਂ ਭਰਦੇ ਤਾਂ ਫਿਰ ਇਹਨਾਂ ਨੂੰ ਅੱਗੇ ਪੈਨਲਟੀਆਂ ਵੀ ਲੱਗਣੀਆਂ। ਬੜੀ ਵੱਡੀ ਗੱਲ ਇਹ ਹੈ ਕਿ ਜੋ ਇਹ ਨੇਤਾ ਵਰਗ ਦੇ ਲੋਕ ਨੇ ਇਹ ਤਮਾਮ ਮੱਧ ਵਰਗੀ ਪਰਿਵਾਰਾਂ ਤੋਂ ਉੱਠ ਕੇ ਨੇਤਾ ਬਣੇ ਨੇ। ਜੇ ਵੋਟਾਂ ਧਨਾੜ ਲੋਕਾਂ ਨੂੰ ਪੈਸਿਆਂ ਦੇ ਆਧਾਰ 'ਤੇ ਹੀ ਪੈਂਦੀਆਂ ਹੁੰਦੀਆਂ ਤਾਂ ਇੱਕ ਚਾਹ ਵਾਲਾ ਕਦੇ ਪ੍ਰਧਾਨ ਮੰਤਰੀ ਨਹੀਂ ਸੀ ਬਣ ਸਕਦਾ। ਇਹ ਤਾਂ ਸੋਚਣ ਵਾਲੀ ਗੱਲ ਹੈ। ਮਤਲਬ ਇਹ ਹੈ ਕਿ ਜੋ ਮੱਧਮ ਵਰਗੀ ਪਰਿਵਾਰ ਤੋਂ ਜਾਂ ਉਸ ਤੋਂ ਵੀ ਹੇਠਲੇ ਤਬਕੇ ਤੋਂ ਉੱਠ ਕੇ ਰਾਜਨੀਤੀ ਵਿੱਚ ਆਏ ਔਰ ਨੇਤਾ ਬਣੇ, MLAs ਬਣੇ, MPs ਬਣੇ, ਮੰਤਰੀ ਬਣੇ, ਪ੍ਰਧਾਨ ਮੰਤਰੀ ਤੱਕ ਬਣੇ, ਉਹ ਸਾਰੇ ਮੱਧਮ ਵਰਗੀ ਪਰਿਵਾਰਾਂ ਤੋਂ ਹੀ ਆਏ ਹੋਏ ਨੇ। ਬਟ ਅੱਜ ਜੇ ਇਹਨਾਂ ਵਿੱਚੋਂ ਵੱਡੇ ਪੱਧਰ 'ਤੇ ਨੇਤਾਵਾਂ ਦੀ ਆਰਥਿਕਤਾ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸਾਰੇ ਹੀ ਅੱਜ ਦੀ ਡੇਟ ਦੇ ਵਿੱਚ ਧਨਾੜ ਵਰਗ ਦੇ ਵਿੱਚ ਆ ਚੁੱਕੇ ਨੇ। ਹੋਰ ਦੂਜੀ ਵੱਡੀ ਗੱਲ ਇਹ ਹੈ, ਇੱਕ ਸਰਕਾਰੀ ਕਰਮਚਾਰੀ ਜੋ ਹੈ ਉਸ ਦੀ ਪੈਨਸ਼ਨ 2004 ਵਿੱਚ ਪੰਜਾਬ ਵਿੱਚ ਖਤਮ ਕਰ ਦਿੱਤੀ ਗਈ। ਇਸੇ ਤਰ੍ਹਾਂ ਹੋਰਨਾਂ ਸਟੇਟਾਂ ਵਿੱਚ ਵੀ ਪੈਨਸ਼ਨ ਜਿਹੜੀ ਹੈ ਖਤਮ ਕਰ ਦਿੱਤੀ ਗਈ। ਪਰ ਕੀ ਤੁਸੀਂ ਜਾਣਦੇ ਹੋ, ਜੋ MLA ਇੱਕ ਵਾਰ ਚੁਣਿਆ ਜਾਂਦਾ ਉਹਦੀ ਇੱਕ ਵਾਰ ਦੀ ਪੈਨਸ਼ਨ ਤਿਆਰ ਹੋ ਜਾਂਦੀ ਹੈ। ਜੇ ਉਹ ਦੂਜੀ ਵਾਰ ਚੁਣਿਆ ਜਾਂਦਾ ਉਹਦੀਆਂ 2 ਪੈਨਸ਼ਨਾਂ ਹੋ ਜਾਂਦੀਆਂ। ਜੇ ਤੀਜੀ ਵਾਰ ਚੁਣਿਆ ਜਾਂਦਾ ਉਹਦੀਆਂ 3 ਪੈਨਸ਼ਨਾਂ ਹੋ ਜਾਂਦੀਆਂ। ਮੁੜ ਕੇ MP ਚੁਣਿਆ ਜਾਂਦਾ ਉਹਦੀਆਂ 4 ਪੈਨਸ਼ਨਾਂ ਹੋ ਜਾਂਦੀਆਂ। ਇਹ ਤਾਂ ਪੈਨਸ਼ਨਾਂ ਨੇ। ਇਸ ਤੋਂ ਇਲਾਵਾ ਜੇ ਇਹਨਾਂ ਦੇ ਖਰਚਿਆਂ ਦਾ ਹਿਸਾਬ ਲਾਇਆ ਜਾਵੇ ਤਾਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਮੱਧਮ ਵਰਗੀ ਪਰਿਵਾਰ ਤੋਂ ਟੈਕਸ ਦੇ ਰੂਪ ਵਿੱਚ ਲਏ ਗਏ ਪੈਸਿਆਂ ਦਾ ਇੱਕ ਵੱਡਾ ਹਿੱਸਾ ਤਾਂ ਇਹਨਾਂ ਪੈਨਸ਼ਨਾਂ ਵਿੱਚ ਹੀ ਜਾਂਦਾ ਹੈ। ਮੱਧਮ ਵਰਗੀ ਪਰਿਵਾਰਾਂ ਦੀ ਮਾੜੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੋ ਲੋਕ ਕਿਰਾਏ 'ਤੇ ਰਹਿ ਰਹੇ ਹਨ ਉਹਨਾਂ ਨੂੰ ਹੁਣ ਮਕਾਨ ਛੱਡਣੇ ਪੈ ਰਹੇ ਨੇ। ਕਿਉਂ ਛੱਡਣੇ ਪੈ ਰਹੇ ਨੇ? 2 ਮਹੀਨੇ ਦਾ ਕਿਰਾਇਆ ਤਾਂ ਕਿਸੇ ਤਰੀਕੇ ਨਾਲ ਉਹਨਾਂ ਦਾ ਐਡਜਸਟ ਹੋਇਆ, ਅੱਗੇ ਦੇਣਾ ਪਏਗਾ ਜਾਂ ਜਿਵੇਂ ਵੀ ਹੋਏਗਾ ਉਹਨਾਂ ਦਾ ਐਡਜਸਟਮੈਂਟ ਹੋ ਜਾਏਗੀ। ਬਟ ਅੱਗੇ ਉਹਨਾਂ ਕੋਲ ਕਿਰਾਇਆ ਦੇਣ ਲਈ ਹੈ ਹੀ ਨਹੀਂ। ਜਿਹੜਾ ਵਪਾਰੀ ਵਰਗ ਹੈ, ਜਿਹੜਾ ਦੁਕਾਨਦਾਰ ਤਬਕਾ ਹੈ, ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਦੁਕਾਨਾਂ ਖਾਲੀ ਹੋ ਰਹੀਆਂ ਨੇ। ਦੁਕਾਨਾਂ ਦੀਆਂ ਚਾਬੀਆਂ ਕਿਰਾਏਦਾਰ ਆਪਣੇ ਮਾਲਕ ਜਿਹੜੇ ਹੈਗੇ ਨੇ ਉਹਨਾਂ ਦੇ ਦੁਕਾਨ ਦੇ ਉਹਨਾਂ ਨੂੰ ਫੜਾ ਰਹੇ ਨੇ ਵੀ ਅਸੀਂ ਕਿਰਾਇਆ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ? ਕਿਰਾਇਆ ਹੈ ਹੀ ਨਹੀਂ ਕੁਛ। ਜਿਹੜੇ ਕੰਮਕਾਰ ਸ਼ੁਰੂ ਵੀ ਹੋਏ ਨੇ ਆਪਾਂ ਕੀ ਸੋਚਦੇ ਹਾਂ ਵੀ ਉਹਨਾਂ ਕੰਮਾਂ ਕਾਰਾਂ ਦੇ ਨਾਲ ਕੀ ਦੁਕਾਨਦਾਰਾਂ ਦੇ ਖਰਚੇ ਨਿਕਲ ਰਹੇ ਨੇ? ਨਹੀਂ ਨਿਕਲ ਰਹੇ। ਸਰਕਾਰ ਕਹਿੰਦੀ ਹੈ ਆਪਣੇ EMPLOYEES ਦੇ ਤੁਸੀਂ ਉਹਨਾਂ ਉੱਪਰ ਤੁਸੀਂ ਦਇਆ ਦਿਖਾਓ, ਉਹਨਾਂ ਨੂੰ ਤੁਸੀਂ ਤਨਖਾਹਾਂ ਦਿਓ, ਪੂਰੀਆਂ ਤਨਖਾਹਾਂ ਦਿਓ। ਇਸੇ ਤਰ੍ਹਾਂ ਕਿਰਾਏਦਾਰਾਂ ਵਾਸਤੇ ਕਿਹਾ ਜਾਂਦਾ ਹੈ ਵੀ ਉਹਨਾਂ ਦਾ ਕਿਰਾਇਆ ਮਾफ़ ਕਰੋ,
ਬਟ ਸਰਕਾਰਾਂ ਕੀ ਕਰ ਰਹੀਆਂ ਨੇ? ਸਰਕਾਰਾਂ ਤਾਂ 1 ਰੁਪਈਆ ਵੀ ਨਹੀਂ ਕਿਸੇ ਨੂੰ ਛੱਡ ਰਹੀਆਂ ਬੰਦੇ ਨੂੰ। ਮਸ਼ਹੂਰ ਅਰਥ ਸ਼ਾਸਤਰੀ ਨੋਬਲ ਪ੍ਰਾਈਜ਼ ਵਿਜੇਤਾ ਜਿਹੜੇ ਨੇ ਅਭਿਜੀਤ ਬੈਨਰਜੀ, ਉਹ ਇੱਕ ਗੱਲ ਕਹਿੰਦੇ ਨੇ ਕਿ ਕੈਨੇਡਾ ਜਾਂ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਜਿਨ੍ਹਾਂ ਦੀ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ, ਉਹਨਾਂ ਕੰਟਰੀਜ਼ ਨੇ ਆਪੋ ਆਪਣੇ ਮੁਲਕ ਦੇ ਲੋਕਾਂ ਨੂੰ ਪੈਸਾ ਕਿਵੇਂ ਦਿੱਤਾ? ਉਹਨਾਂ ਨੇ ਕਰੰਸੀ ਛਾਪੀ। ਅਜਿਹਾ ਭਾਰਤ ਵੀ ਕਰ ਸਕਦਾ ਸੀ, ਬਟ ਭਾਰਤ ਨੇ ਅਜਿਹਾ ਨਹੀਂ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਇੰਨੇ ਪੂਰੇ ਸਮੇਂ ਦੇ ਦੌਰਾਨ ਚੁੱਪ ਕਰਕੇ ਬੈਠੇ ਰਹੇ। ਕੋਈ ਮਦਦ ਮਾਇਕ ਤੌਰ 'ਤੇ ਕਿਸੇ ਬੰਦੇ ਦੀ ਨਹੀਂ ਕੀਤੀ ਗਈ। 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ, 20 ਲੱਖ ਕਰੋੜ ਦਿੱਤਾ ਜਾ ਰਿਹਾ, ਦਿੱਤਾ ਜਾਊਗਾ, ਕਿਹਨੂੰ ਮਿਲੂਗਾ ਇਹਦਾ ਮਤਲਬ ਕੋਈ ਅੰਦਾਜ਼ਾ ਲਗਾਇਆ ਹੀ ਨਹੀਂ ਜਾ ਸਕਦਾ। ਕਦੋਂ ਮਿਲੇਗਾ ਇਹਦਾ ਵੀ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਬਾਅਦ ਵਿੱਚ ਜਿਹੜੇ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ, ਉਹ MSMEs ਨੂੰ ਕੁਛ ਦੇਣ ਦੀ, ਰਾਹਤ ਦੇਣ ਦੀ ਗੱਲ ਕਰਦੇ ਨੇ। ਉਹ ਵੀ MSMEs ਨੂੰ ਮਨਜ਼ੂਰ ਨਹੀਂ। ਉਹਨਾਂ ਦੀਆਂ ਫੈਕਟਰੀਆਂ ਹੁਣ ਚਾਲੂ ਤਾਂ ਹੋਈਆਂ ਨੇ, ਬਟ ਉਹਨਾਂ ਦਾ ਹਾਲ ਬੇਹਾਲ ਹੈ। ਉਹ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦੇ ਸਕਦੇ। ਅੰਦਾਜ਼ਾ ਲਗਾਇਆ ਜਾਵੇ ਤਾਂ ਜਦੋਂ ਦੁਕਾਨਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਆਫਿਸਿਸ ਦੇ ਵਿੱਚ, ਦੁਕਾਨਾਂ ਦੇ ਵਿੱਚ 30% ਦੀ ਸਟਾਫ ਹੀ ਕੰਮ ਕਰ ਸਕਦਾ ਹੈ, ਤਾਂ ਬਾਕੀ ਸਟਾਫ ਕਿੱਥੋਂ ਕੰਮ ਕਰੇਗਾ? ਬਾਕੀ ਸਟਾਫ ਨੂੰ ਤਨਖਾਹ ਕਿੱਥੋਂ ਮਿਲੇਗੀ? ਆਪਾਂ ਪੱਤਰਕਾਰੀ ਵਰਗ ਦੀ ਹੀ ਗੱਲ ਕਰਦੇ ਹਾਂ। ਚੰਡੀਗੜ੍ਹ ਟਰਾਈ ਸਿਟੀ ਦੇ ਖੇਤਰ ਦੇ ਵਿੱਚ 130 ਦੇ ਕਰੀਬ ਪੱਤਰਕਾਰ, ਫੋਟੋ ਜਰਨਲਿਸਟ ਕੱਢੇ ਜਾ ਚੁੱਕੇ ਨੇ। ਉਹਨਾਂ ਨੂੰ ਰਾਤ ਨੂੰ ਫੋਨ ਆਉਂਦਾ ਕਿ ਅਗਲੇ ਦਿਨ ਤੋਂ ਤੁਹਾਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਸਮਾਪਤ ਹੋ ਗਈਆਂ ਨੇ। ਬਹੁਤ ਵੱਡੇ ਪੱਧਰ 'ਤੇ ਜਿੰਨੇ ਜਰਨਲਿਸਟ ਕੰਮ ਕਰ ਰਹੇ ਨੇ ਉਹਨਾਂ ਦੀਆਂ ਤਨਖਾਹਾਂ ਦੇ ਉੱਪਰ ਕੱਟ ਲੱਗ ਚੁੱਕਿਆ। ਕਾਰਪੋਰੇਟ ਸੈਕਟਰ ਦੇ ਵਿੱਚ ਜਿੰਨੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ 50% ਤੱਕ ਕੱਟ ਲੱਗ ਚੁੱਕਿਆ। ਉਹਨਾਂ ਨੂੰ ਸਿੱਧਾ ਕਿਹਾ ਜਾਂਦਾ ਕਿ ਤੁਸੀਂ ਕੰਮ ਕਰਨਾ, ਤਨਖਾਹ ਇਹ ਮਿਲਣੀ ਹੈ, ਨਹੀਂ ਤੁਸੀਂ ਕੰਮ ਕਰਨਾ ਤੁਸੀਂ ਆਪਣੇ ਘਰ ਜਾ ਸਕਦੇ। ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਹੁਣ ਲਾਕਡਾਊਨ ਦੇ ਵਿੱਚ ਛੋਟ ਦੇਣ ਦੇ ਨਾਲ ਅਰਥ ਵਿਵਸਥਾ ਵਿੱਚ ਤੇਜ਼ੀ ਆ ਰਹੀ ਹੈ, ਪਰ ਅਸਲੀਅਤ ਕੁਝ ਹੋਰ ਹੈ। ਦੁਕਾਨਾਂ ਬੰਦ ਹੋ ਰਹੀਆਂ ਨੇ, ਕਰਮਚਾਰੀਆਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਲੋਕ ਬੇਰੁਜ਼ਗਾਰ ਹੋ ਰਹੇ ਨੇ ਬੜੇ ਵੱਡੇ ਪੱਧਰ 'ਤੇ, ਮੱਧਮ ਵਰਗੀ ਪਰਿਵਾਰ ਭੁੱਖਮਰੀ ਦੇ ਕਗਾਰ 'ਤੇ ਆ ਰਿਹਾ ਹੈ। ਲੋਕਾਂ ਕੋਲ ਰੋਟੀ ਖਾਣ ਦੇ ਵੀ ਹੁਣ ਲਾਲੇ ਪੈਣ ਦੀ ਤਿਆਰੀ ਹੈ। ਮਤਲਬ ਇਹ ਕਿ ਕਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੱਧ ਮੌਤਾਂ ਕਿਤੇ ਭਾਰਤ ਦੇ ਵਿੱਚ ਭੁੱਖਮਰੀ ਕਾਰਨ ਨਾ ਹੋ ਜਾਣ। ਮੱਧ ਵਰਗੀ ਪਰਿਵਾਰਾਂ ਨੂੰ ਤੁਰੰਤ ਸੰਭਾਲਣ ਦੀ ਲੋੜ ਹੈ। ਇਹਨਾਂ ਵਾਸਤੇ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਇਹਨਾਂ ਨੂੰ ਮਾਇਕ ਤੌਰ 'ਤੇ ਮਦਦ ਦਿੱਤੀ ਜਾਣੀ ਚਾਹੀਦੀ ਹੈ, ਜੋ ਕਿ ਫੌਰੀ ਮੰਗ ਹੈ ਉਹਨਾਂ ਦੀ। ਠੀਕ ਹੈ, ਉਹ ਪ੍ਰੋਸੈਸ਼ਨ ਨਹੀਂ ਕਰਦੇ, ਉਹ ਸੜਕਾਂ 'ਤੇ ਨਹੀਂ ਆ ਰਹੇ, ਬਟ ਇੱਕ ਗੱਲ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਇਨਕਲਾਬ ਹੋਇਆ ਹੈ ਉਹ ਉਦੋਂ ਹੀ ਹੋਇਆ ਹੈ ਜਦੋਂ ਮੱਧ ਵਰਗੀ ਪਰਿਵਾਰ ਸੜਕਾਂ 'ਤੇ ਆਏ ਨੇ। ਔਰ ਮੱਧ ਵਰਗੀ ਪਰਿਵਾਰ ਉਦੋਂ ਹੀ ਸੜਕਾਂ 'ਤੇ ਪ੍ਰੋਸੈਸ਼ਨ ਵਾਸਤੇ ਆਉਂਦਾ ਹੈ ਜਦੋਂ ਪਾਣੀ ਸਿਰ ਦੇ ਉੱਪਰੋਂ ਲੰਘ ਜਾਂਦਾ। ਸਰਕਾਰਾਂ ਨੂੰ ਚਾਹੀਦਾ ਕਿ ਉਹ ਆਪਣੇ ਦੇਸ਼ ਦੇ ਇਹਨਾਂ ਵਸਨੀਕਾਂ ਨੂੰ, ਜਿਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ, ਵੋਟਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਇਹਨਾਂ ਦੀ ਸਾਂਭ ਸੰਭਾਲ ਵਾਸਤੇ ਤੁਰੰਤ ਯਤਨ ਕਰੇ ਅਤੇ ਉਹਨਾਂ ਨੂੰ ਕੁਝ ਇਹੋ ਜਿਹੇ ਪੈਕੇਜ, ਇਹੋ ਜਿਹੇ ਰਿਲੀਫ ਦਿੱਤੀ ਜਾਵੇ ਜਿਸ ਨਾਲ ਉਹ ਆਪਣਾ ਗੁਜ਼ਰ ਬਸਰ ਸਹੀ ਢੰਗ ਨਾਲ ਕਰ ਸਕਣ। ਧੰਨਵਾਦ ਜੀ। ਜੇ ਤੁਹਾਨੂੰ ਮੇਰੇ ਵਿਚਾਰ, ਆ ਵਿਊ ਪੁਆਇੰਟ ਪਸੰਦ ਆਉਂਦਾ ਹੈ ਤਾਂ ਜ਼ਰੂਰ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟ ਕਰਨਾ ਕਦੇ ਨਾ ਭੁੱਲੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਾਡੇ ਜਿਹੜੇ ਅਗਲੇ ਪ੍ਰੋਗਰਾਮ ਹੈ ਉਹਨਾਂ ਦੀ ਨੋਟੀਫਿਕੇਸ਼ਨ ਲਗਾਤਾਰ ਮਿਲਦੀ ਰਹੇ। ਧੰਨਵਾਦ।